ਹੁਣ ਕਰਜ਼ਾ ਲੈਣਾ ਹੋਰ ਆਸਾਨ ਹੋ ਜਾਵੇਗਾ ਕਿਉਂਕਿ ਆਰਬੀਆਈ ਦੇ ਵੱਲੋਂ ਰੈਪੋ ਰੇਟ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਨਾਲ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋਵੇਗਾ। ਆਰਬੀਆਈ ਨੇ ਰੈਪੋ ਰੇਟ ਯਾਨੀ ਕਿ ਬੈਂਕਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਦਰ ਵਿੱਚ 0.50% ਦੀ ਕਟੌਤੀ ਕਰ ਦਿੱਤੀ ਹੈ। ਹੁਣ ਰੈਪੋ ਰੇਟ ਘਟਾ ਕੇ 5.50% ਕਰ ਦਿੱਤਾ ਗਿਆ। ਇਸ ਕਾਰਨ ਬੈਂਕਾਂ ਨੂੰ ਆਰਬੀਆਈ ਤੋਂ ਘੱਟ ਵਿਆਜ ਦਰਾਂ ਤੇ ਕਰਜ਼ਾ ਮਿਲੇਗਾ। ਵਿਆਜ ਦਰਾਂ ਦੇ ਵਿੱਚ ਕਟੌਤੀ ਦਾ ਫੈਸਲਾ 4 ਤੋਂ 6 ਜੂਨ ਤੱਕ ਹੋਈ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਵਿੱਚ ਲਿਆ ਗਿਆ, ਜਿਸ ਬਾਰੇ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਜਾਣਕਾਰੀ ਦਿੱਤੀ ਹੈ। Expected to remain low. We are yet to get the final figures. Furthermore, despite rising geopolitical uncertainties and trade tensions, India's merchandise trade remained robust in April 2025 as imports grew faster than exports. Trade deficit, however, widened during the month, which is the month of April. Going forward, net services and remittance receipts are likely to remain in surplus, counterbalancing the rise in trade deficit. The current account deficit for this year, 25-26, is therefore expected to remain well within the sustainable levels. On the financing side, in 24-25, foreign portfolio investment to India dropped sharply. ਹੁਣ ਜਾਣਦੇ ਹਾਂ ਕਿ ਰੈਪੋ ਰੇਟ ਆਖਿਰਕਾਰ ਹੁੰਦਾ ਕੀ ਹੈ। ਆਰਬੀਆਈ ਜਿਸ ਦਰ ਤੇ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਉਸ ਨੂੰ ਰੈਪੋ ਰੇਟ ਕਿਹਾ ਜਾਂਦਾ ਹੈ। ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਇਸ ਨੂੰ ਵਧਾਇਆ ਅਤੇ ਘਟਾਇਆ ਜਾਂਦਾ ਹੈ। ਤਾਜ਼ਾ ਕਟੌਤੀ ਤੋਂ ਬਾਅਦ 20 ਸਾਲਾਂ ਦੇ ਲਈ ਲਏ ਗਏ 20 ਲੱਖ ਰੁਪਏ ਦੇ ਕਰਜ਼ੇ ਦੇ ਉੱਤੇ ਲਗਭਗ 1.48 ਲੱਖ ਰੁਪਏ ਦਾ ਲਾਭ ਮਿਲੇਗਾ। 30 ਲੱਖ ਦੇ ਕਰਜ਼ੇ ਦੇ ਉੱਤੇ 2.22 ਲੱਖ ਰੁਪਏ ਦਾ ਲਾਭ ਮਿਲੇਗਾ। ਇਸ ਤਹਿਤ ਨਵੇਂ ਅਤੇ ਮੌਜੂਦਾ ਦੋਵਾਂ ਗਾਹਕਾਂ ਨੂੰ ਲਾਭ ਮਿਲੇਗਾ। ਦੱਸ ਦਈਏ ਕਿ ਇਸ ਸਾਲ ਰੈਪੋ ਰੇਟ 3 ਵਾਰ ਘਟਾਇਆ ਗਿਆ। ਮੁਦਰਾ ਨੀਤੀ ਕਮੇਟੀ ਨੇ 3 ਵਾਰ ਵਿਆਜ ਦਰਾਂ ਦੇ ਵਿੱਚ 1% ਦੀ ਕਮੀ ਕੀਤੀ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਹੁਣ ਕਰਜ਼ਾ ਲੈਣਾ ਹੋਰ ਆਸਾਨ ਹੋ ਜਾਵੇਗਾ ਕਿਉਂਕਿ ਆਰਬੀਆਈ ਦੇ ਵੱਲੋਂ ਰੈਪੋ ਰੇਟ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਨਾਲ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋਵੇਗਾ। ਆਰਬੀਆਈ ਨੇ ਰੈਪੋ ਰੇਟ ਯਾਨੀ ਕਿ ਬੈਂਕਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਦਰ ਵਿੱਚ 0.50% ਦੀ ਕਟੌਤੀ ਕਰ ਦਿੱਤੀ ਹੈ। ਹੁਣ ਰੈਪੋ ਰੇਟ ਘਟਾ ਕੇ 5.50% ਕਰ ਦਿੱਤਾ ਗਿਆ। ਇਸ ਕਾਰਨ ਬੈਂਕਾਂ ਨੂੰ ਆਰਬੀਆਈ ਤੋਂ ਘੱਟ ਵਿਆਜ ਦਰਾਂ ਤੇ ਕਰਜ਼ਾ ਮਿਲੇਗਾ। ਵਿਆਜ ਦਰਾਂ ਦੇ ਵਿੱਚ ਕਟੌਤੀ ਦਾ ਫੈਸਲਾ 4 ਤੋਂ 6 ਜੂਨ ਤੱਕ ਹੋਈ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਵਿੱਚ ਲਿਆ ਗਿਆ, ਜਿਸ ਬਾਰੇ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਜਾਣਕਾਰੀ ਦਿੱਤੀ ਹੈ। Expected to remain low. We are yet to get the final figures. Furthermore, despite rising geopolitical uncertainties and trade tensions, India's merchandise trade remained robust in April 2025 as imports grew faster than exports. Trade deficit, however, widened during the month, which is the month of April. Going forward, net services and remittance receipts are likely to remain in surplus, counterbalancing the rise in trade deficit. The current account deficit for this year, 25-26, is therefore expected to remain well within the sustainable levels. On the financing side, in 24-25, foreign portfolio investment to India dropped sharply. ਹੁਣ ਜਾਣਦੇ ਹਾਂ ਕਿ ਰੈਪੋ ਰੇਟ ਆਖਿਰਕਾਰ ਹੁੰਦਾ ਕੀ ਹੈ। ਆਰਬੀਆਈ ਜਿਸ ਦਰ ਤੇ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਉਸ ਨੂੰ ਰੈਪੋ ਰੇਟ ਕਿਹਾ ਜਾਂਦਾ ਹੈ। ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਇਸ ਨੂੰ ਵਧਾਇਆ ਅਤੇ ਘਟਾਇਆ ਜਾਂਦਾ ਹੈ। ਤਾਜ਼ਾ ਕਟੌਤੀ ਤੋਂ ਬਾਅਦ 20 ਸਾਲਾਂ ਦੇ ਲਈ ਲਏ ਗਏ 20 ਲੱਖ ਰੁਪਏ ਦੇ ਕਰਜ਼ੇ ਦੇ ਉੱਤੇ ਲਗਭਗ 1.48 ਲੱਖ ਰੁਪਏ ਦਾ ਲਾਭ ਮਿਲੇਗਾ। 30 ਲੱਖ ਦੇ ਕਰਜ਼ੇ ਦੇ ਉੱਤੇ 2.22 ਲੱਖ ਰੁਪਏ ਦਾ ਲਾਭ ਮਿਲੇਗਾ। ਇਸ ਤਹਿਤ ਨਵੇਂ ਅਤੇ ਮੌਜੂਦਾ ਦੋਵਾਂ ਗਾਹਕਾਂ ਨੂੰ ਲਾਭ ਮਿਲੇਗਾ। ਦੱਸ ਦਈਏ ਕਿ ਇਸ ਸਾਲ ਰੈਪੋ ਰੇਟ 3 ਵਾਰ ਘਟਾਇਆ ਗਿਆ। ਮੁਦਰਾ ਨੀਤੀ ਕਮੇਟੀ ਨੇ 3 ਵਾਰ ਵਿਆਜ ਦਰਾਂ ਦੇ ਵਿੱਚ 1% ਦੀ ਕਮੀ ਕੀਤੀ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।
किडनी फेल, लीवर फेल, कैंसर या हार्ट की प्रॉब्लम, ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता। तो आयुर्वेद को अपनाओ, बीमारी की जड़ पर काम करो। 73504 73504